Small patches of forests across many parts of the world, including India, still stand today because of people's cultures and faiths. These forests are dedicated to local deities and are called sacred groves. Even in the North Indian state of Punjab, that has small patches of natural forests, sacred groves exist. Known for its large-scale contribution to agriculture, 80% of the state's land is under cultivation, while only 3.67% of the area is under forest cover. Apart from serving as areas of community worship, sacred groves have become mini ecosystems that house several native plants and animals. ਅਸੀਂ ਜਿਹੜੀਆਂ ਚਿੜੀਆਂ ਜਿਵੇਂ ਜੇ ਤੁਸੀਂ ਹੁਣ ਅੱਜ ਵੀ ਜੇ ਅਸੀਂ ਮਾਲਵੇ 'ਚ ਜਾਂਦੇ ਹਾਂ ਪਿਓਰ ਜਿਹੜਾ ਬਠਿੰਡੇ ਸਾਈਡ 'ਤੇ ਚਲੇ ਜਾਂਦੇ ਹਾਂ ਤਾਂ ਗੋਬਿੰਦਪੁਰਾ ਭਿਆਣਾ ਸਾਹਿਬ ਦੇ ਵਿੱਚ ਜਿਹੜੀ ਇੱਕ ਝਿੜੀ ਆ ਉੱਥੇ ਮੇਨ ਹਾਲਾਂਕਿ ਉੱਥੇ ਕਰੀਰ ਜੰਡ ਵੀ ਮਿਲਦੇ ਪਰ ਮੇਨ ਜਿਹੜਾ ਹੈਗਾ ਵਣ ਦਾ ਰੁੱਖ ਹੈ। ਜੇ ਤੁਸੀਂ ਢੱਕੀ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਜ਼ਿਆਦਾਤਰ ਢੱਕ ਕਿਸੂ ਦੇ ਨੇ। ਜੇ ਤੁਸੀਂ ਗੁਰਦਾਸਪੁਰ ਸਾਈਡ ਨੂੰ ਜਾਂਦੇ ਆ ਤਾਂ ਉੱਥੇ ਉੱਦਾਂ ਦੀ ਜਿਹੜੀ ਹੈਗੀ ਆ ਵਿਦ ਜਿਹੜੀ ਹੈਗੀ ਪੰਜਾਬ ਦੇ ਵਿੱਚ ਵੀ ਜਿਹੜੀ ਵੇਰੀਏਸ਼ਨ ਹੈ ਵੈਦਰ ਦੀ ਕਲਾਈਮੇਟ ਕੰਡੀਸ਼ਨ ਦੇ ਹਿਸਾਬ ਨਾਲ ਜੋ ਧਾਰ ਬਲਾਕ ਦੀ ਜਿਹੜੀ ਹੋਰ ਤਰ੍ਹਾਂ ਦੀ ਆ ਔਰ ਉਹ ਜਿਹੜੀਆਂ ਸਾਡੀਆਂ ਇਹ ਝਿੜੀਆਂ ਸੀਗੀਆਂ ਉਹਨਾਂ ਨੇ ਇਹ ਸਾਰਾ ਫਲੋਰਾ ਸੰਭਾਲਿਆ ਹੋਇਆ ਸੀਗਾ। The traditional beliefs associated with sacred groves play a crucial role in the preservation of these forests over generations. तो बाबा जी ने ये जंगल एक रात में खड़ा कर दिया, जो एक रात में खड़ा जंगल होने से इसका नाम बना चटपट बनी, जिसके नाम पे ये चटपट नाम पे प्रसिद्ध हो गया। जहाँ DFO तिवारी जी हमारे पठानकोट को आए थे अफसर जो फॉरेस्ट जो महकमे के गार्ड हैं वो आए थे, उन्होंने देखा कि ऐसा दरख्त बाहर नहीं कहीं पाए जाते पूरे पंजाब में, वो भी घूमे। दूसरा एक बाबा जी ने इसको सलाह भी दे रखा है इस जंगल को कि ये जंगली लक्कड़ नहीं कोई छेड़, अगर कोई छेड़ेगा उसका नुकसान होना शुरू जाएगा। तो आज भी ये वो प्रथा चलती आ रही है जहाँ से कोई दातन भी यहाँ से नहीं ले जा सकता। हाँ, मुर्दा के ऊपर शमशान भूमि पर जो लक्कड़ पा सकते हैं वो माफ़ है। Many of these groves are managed by local communities, but increasing threats are making it difficult to conserve them. A growing cause of concern is the rapid spread of plants that don't naturally belong to the region. ਜੇ ਅਸੀਂ ਇੱਕ ਪਹਾੜੀ ਕਿੱਕਰ ਦਾ ਹੀ ਵੱਡਾ ਦਰਖਤ ਦੇਖੀਏ ਤਾਂ ਉਹਦੇ ਥੱਲੇ ਬਿਲਕੁਲ ਸਤ੍ਹਾ ਸਾਫ਼ ਹੋਏਗੀ, ਉਹਦੇ ਨੀਚੇ ਕੋਈ ਛੋਟੀ ਝਾੜੀ ਜਾਂ ਕੋਈ ਵੀ ਬੂਟੀ ਨਹੀਂ ਮਿਲਦੀ। ਸੋ ਇਹ ਐਸੇ ਧਾੜਵੀ ਬੂਟੇ ਨੇ ਜਿਹੜੇ ਇਹ ਕਹਿ ਲਓ ਕਿ ਸਾਡੇ ਨੈਚੁਰਲ ਸਿਸਟਮ ਦੇ ਵਿੱਚ ਘੁਸਪੈਠ ਕਰਕੇ ਆਏ ਹੋਏ ਨੇ, ਜਿਹੜੇ ਕਿ ਸਾਡੇ ਜੋ ਮੂਲ ਨਿਵਾਸੀ ਪੌਦੇ ਨੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਖਤਮ ਕਰ ਰਹੇ ਹੈ। ਔਰ ਇਸ ਜਿਹੜਾ ਮੇਨਲੀ ਇਹ ਵਣ ਦਾ ਪੁਰਾਣਾ ਜੰਗਲ ਹੈ, ਸੋ ਇਹਦੇ 'ਚ ਕਈ ਸਾਈਡਾਂ ਤੋਂ ਹੌਲੀ ਹੌਲੀ ਇਹਦਾ ਪਸਾਰ ਜਿਹੜਾ ਹੈਗਾ ਉਹ ਵਧਣਾ ਸ਼ੁਰੂ ਹੋਇਆ ਹੋਇਆ। ਔਰ ਜੇ ਇਹੀ ਹਾਲ ਰਿਹਾ, ਇਹ ਇਸੇ ਤਰ੍ਹਾਂ ਜਿਹੜੀ ਪਹਾੜੀ ਕਿੱਕਰ ਹੈ ਵੱਧਦੀ ਰਹੀ ਤਾਂ ਹੌਲੀ ਹੌਲੀ ਇਹਨੇ ਇਹ ਸਾਰਾ ਜੰਗਲ ਖਤਮ ਕਰ ਦੇਣਾ। ਸੋ ਇਹ ਸਮੇਂ ਦੀ ਲੋੜ ਹੈ ਕਿ ਇਹਨੂੰ ਕੰਟਰੋਲ ਕੀਤਾ ਜਾਵੇ। Expansion of agriculture, overgrazing and monoculture plantations have also caused sacred groves to shrink. ਕਰਦੇ ਨੁਕਸਾਨ ਹੀ ਹੈ, ਵੱਧਦੇ ਵੀ ਹੈ, ਨੁਕਸਾਨ ਵੀ ਕਰਦੇ, ਨਵਾਂ ਦਰਖਤ ਨਹੀਂ ਪੈਦਾ ਹੁੰਦਾ। ਜੇ ਚਰਾਉਣ ਵਾਲੇ ਨਾ ਹੋਣ, ਆਪਣਾ ਬੱਕਰੀ ਜਿਹੜਾ ਬੰਦ ਹੋ ਜੇ ਤਾਂ ਨਵਾਂ ਦਰਖਤ ਆਪੇ ਪੈਦਾ ਹੋ ਜਾਏ। ਆ ਵੇਖੋ ਪਹਾੜੀ ਕਿੱਕਰ ਕਿੰਨੀ ਖੜੀ ਹੈ, ਕਿਉਂਕਿ ਇਹਨੂੰ ਪਸ਼ੂ ਖਾਂਦੇ ਨਹੀਂ, ਇਹਨੂੰ ਖਾਂਦੇ ਨਹੀਂ, ਇਹ ਵਾਧੂ ਹੋਈ ਜਾਂਦੀ ਹੈ। ਜਿਹੜੇ ਉਹ ਦਰਖਤ ਹੈਗੇ, ਟਾਹਲੀ ਹੋਏ, ਕਿੱਕਰ ਹੋਈ, ਬਣ ਹੋਇਆ, ਜੰਡ ਹੋਇਆ, ਇਹ ਜਿਹੀਆਂ ਚੀਜ਼ਾਂ ਜਿਹੜੀਆਂ ਦਰਖਤ ਨਵੇਂ ਹੁੰਦੇ ਆ ਉਹਨੂੰ ਬੱਕਰੀਆਂ ਖਾ ਜਾਂਦੀਆਂ, ਭੇਡਾਂ ਬੱਕਰੀਆਂ। ਔਰ ਇਹ ਸਾਰੀ ਜਿਹੜੀ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ 184 ਮੇਦਨੀ ਤੁਝ ਹੇਤੇ ਹੋਈ, ਜਿੰਨੀਆਂ ਜੂਨਾਂ ਨੇ ਉਹ ਸਾਰੀਆਂ ਅੰਡਰ ਥ੍ਰੈਟ ਇਸ ਕਰਕੇ ਨੇ ਕਿ ਉਹਨਾਂ ਦਾ ਹੈਬੀਟੈਟ ਲਾਸ ਹੋ ਗਿਆ। ਤੋ ਹੈਬੀਟੈਟ ਬੇਸਿਕਲੀ ਕੀ ਹੈ, ਜਦੋਂ ਅਸੀਂ ਜਿੱਦਾਂ ਬਰਡਸ ਦੀ ਗੱਲ ਕਰਦੇ ਹਾਂ, ਹੁਣ ਬਰਡਸ ਆ, ਟਟੀਰੀ ਆ, ਉਹਨੇ ਜਿਹੜੇ ਆਪਦੇ ਆਂਡੇ ਆ ਉਹ ਮਿੱਟੀ ਦੇ ਵਿੱਚ ਇੱਕ ਢੀਮਾਂ 'ਤੇ ਦੇਣੇ ਪਾਰਟੀਕੂਲਰ ਟਾਈਮ 'ਤੇ। ਜਦੋਂ ਕ੍ਰੋਪਿੰਗ ਪੈਟਰਨ ਹੋ ਗਿਆ, ਜੇ ਉਹਨੂੰ ਢੀਮਾਂ ਨਹੀਂ ਮਿਲਣੀਆਂ, ਪਾਣੀ ਪਹਿਲਾਂ ਲਾ ਦਿੱਤਾ ਜਾਊਗਾ, ਸੋਇੰਗ ਪਹਿਲਾਂ ਹੋ ਜੂਗੀ, ਤਾਂ ਉਹ ਕਿੱਥੇ ਆਂਡੇ ਦੇਊਗੀ। ਦੇਖੋ, ਜਿੱਥੇ ਤਾਂ ਇਹ ਵਾਲੀ ਚੀਜ਼ ਜੁੜੀ ਹੋਈ ਆ ਕਿ ਉੱਥੇ ਦਰਖਤ ਦੀ ਟਾਹਣੀ ਜਾਂ ਦਰਖਤ ਕੱਟਣਾ, ਉੱਥੇ ਤਾਂ ਬਚਿਆ ਹੋਇਆ। ਪਰ ਜਿੱਥੇ ਇਹ ਚੀਜ਼ ਨਹੀਂ ਹੈਗੀ ਤਾਂ ਉੱਥੇ ਤਾਂ ਇੱਕ ਜਿਹੜਾ ਮੈਂ ਤੁਹਾਨੂੰ ਕਿਹਾ ਸੀ, ਲੋਕਾਂ ਦੇ ਜਿਹੜੇ ਲੋਕ ਉਸ ਜ਼ਮੀਨ ਨੂੰ ਅਕਵਾਇਰ ਕਰ ਰਹੇ ਆ,
है ना, कब्जे वाला सिस्टम है। बेसिकली क्या कि बायोडाइवर्सिटी जो बोर्ड नैशनल पहले नैशनल लैवल पर बायोडाइवर्सिटी नैशनल बायोडाइवर्सिटी बोर्ड आ, फिर स्टेट बायोडाइवर्सिटी बोर्ड एज पर रूल ਜਾਂ ਜਦੋਂ ਅਸੀਂ ਮਤਲਬ ਬਾਇਓਡਾਇਵਰਸਿਟੀ ਐਕਟ ਬਣਿਆ ਹੋਇਆ, ਬਾਇਓਡਾਇਵਰਸਿਟੀ ਨੂੰ ਕੰਜ਼ਰਵੇਸ਼ਨ ਦੇ ਲਈ ਬੜੇ ਕਾਇਦੇ ਕਾਨੂੰਨ ਬਣੇ ਹੋਏ ਆ, ਉਹਦੇ ਅਕੋਰਡਿੰਗਲੀ ਤਾਂ ਈਵਨ ਹਰੇਕ ਪਿੰਡ ਦੀ ਵੀ ਜਿਹੜੀ ਇੱਕ ਕਮੇਟੀ ਹੈ ਜਿਹੜੀ ਕਿ ਲੋਕਲ ਫਲੋਰਾ ਨੂੰ ਡਾਕੂਮੈਂਟ ਕਰਦੀ ਹੈ ਔਰ ਉਹਨੂੰ ਸਾਂਭ ਸੰਭਾਲ 'ਚ ਯੋਗਦਾਨ ਪਾਉਂਦੀ ਹੈ। ਪਰ ਇਹ ਜ਼ਿਆਦਾਤਰ ਅਨਫੋਰਚੂਨੇਟਲੀ ਕਿਉਂਕਿ ਇਹਦੇ ਲਈ ਕਿਸੇ ਪਾਰਟੀਕੂਲਰ ਕਿਸੇ ਵੀ ਗੌਰਮੈਂਟ ਵੱਲੋਂ ਕੋਈ ਬਹੁਤ ਜ਼ਿਆਦਾ ਫੰਡ ਨਹੀਂ ਆਉਂਦੇ ਕਦੇ ਵੀ, ਬਹੁਤ ਜ਼ਿਆਦਾ ਇਹਦੇ ਲਈ ਇਨਫਰਾਸਟਰਕਚਰ ਨਹੀਂ ਹੈਗਾ, ਇਹਦੇ ਲਈ ਮੈਨ ਪਾਵਰ ਨਹੀਂ ਹੈਗੀ। ਜੇ ਅਸੀਂ ਫਲੋਰਾ ਨੂੰ ਆਇਡੈਂਟੀਫਾਈ ਕਰ ਲੈਂਦੇ ਹਾਂ, ਉਹਨੂੰ ਰਿਵਾਈਵ ਕਰਦੇ ਹਾਂ, ਸਾਡੇ ਸੀਡ ਬੈਂਕ ਬਣਦੇ ਆ, ਜੀਨ ਬੈਂਕ ਬਣਦੇ ਆ। ਫਿਰ ਜਿਹੜੇ ਲੋਕ ਜਿੱਦਾਂ ਹੁਣ ਮੰਨ ਲਓ ਕੁਛ ਲੋਕ ਨੇ ਕੋਈ ਸਾਡੀਆਂ ਇੱਦਾਂ ਦੀਆਂ ਇੰਟਰਵਿਊ ਵਗੈਰਾ ਦੇਖ ਕੇ ਉਹ ਭਾਵਕ ਹੁੰਦੇ ਆ, ਨਾਲ ਜੁੜਦੇ ਆ ਵੀ ਹਾਂ ਅਸੀਂ ਕੁਛ ਲਾਉਣਾ ਚਾਹੁੰਦੇ ਹਾਂ, ਫਿਰ ਉਹਨਾਂ ਨੂੰ ਪਲਾਂਟਸ ਨਹੀਂ ਮਿਲਦੇ, ਸੀਡ ਨਹੀਂ ਮਿਲਦਾ। ਤਾਂ ਉਹ ਚੀਜ਼ਾਂ ਜਦੋਂ ਅਸੀਂ ਇਹ ਰਜਿਸਟਰ ਬਣਨਗੇ, ਡਾਕੂਮੈਂਟੇਸ਼ਨ ਹੋਊਗੀ, ਫਿਰ ਕੋਈ ਨਾ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਕਿ ਸੀਡ ਬੈਂਕ ਕ੍ਰੀਏਟ ਹੋਣ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ। ਫਿਰ ਉਹ ਜਦੋਂ ਫਲੋਰਾ ਰਿਵਾਈਵ ਹੋ ਗਿਆ ਤਾਂ ਫੌਨਾ ਆਪੇ ਹੋਣਾ ਸ਼ੁਰੂ ਹੋ ਜਾਣਾ। ਦੇਖ ਰੇਖ ਹੈ ਇਹਨਾਂ ਨੂੰ ਬਚਾਉਣ ਦੇ ਲਈ ਸਾਨੂੰ ਹਰੇਕ ਬੰਦੇ ਨੂੰ ਸੋਚ ਸਮਝ ਰੱਖਣੀ ਚਾਹੀਦੀ ਹੈ। ਇਹ ਸਾਡੇ ਇੱਕ ਆਸਥਾ ਤਾਂ ਹੈ ਹੀ ਹੈ, ਪਰ ਜਿਹੜਾ ਸਾਡਾ ਵਾਤਾਵਰਨ ਹੈ ਉਹਨਾਂ ਨੂੰ ਵੀ ਸੁੱਧ ਰੱਖਣ ਦੇ ਵਿੱਚ ਕਾਫੀ ਇਹ ਮਦਦਗਾਰ ਨੇ। ਅਤੇ ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਦਾਂ ਹੁਣ ਦਿਨ ਪ੍ਰਤੀ ਦਿਨ ਜਿਹੜੇ ਆਮ ਲੋਕਾਂ ਦਾ ਰੁਝਾਨ ਹੈ ਪੇੜ ਲਗਾਉਣ ਦਾ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਚੁੱਕਿਆ ਹੈ। ਤਾਂ ਕਮ ਸੇ ਕਮ ਜਿਹੜੇ ਸਾਡੇ ਕੁਦਰਤੀ ਜੰਗਲ ਨੇ ਇਹਨਾਂ ਨੂੰ ਬਚਾਇਆ ਜਾਏ, ਅੱਗੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਦੱਸਿਆ ਜਾਏ ਵੀ ਇਹਦੀ ਜਿਹੜੀ ਹੈ ਰੋਕਥਾਮ, ਇਹਦਾ ਬਚਾਓ ਕਿਸ ਤਰ੍ਹਾਂ ਕਰਨਾ, ਉਹਨਾਂ ਨੂੰ ਗਾਈਡਲਾਈਨ ਦਿੱਤੀ ਜਾਏ।